ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਕਿਵੇਂ ਸਾਰੇ ਵੀਰ ਜੀ? ਉਮੀਦ ਹੈ ਵੀ ਸਾਰੇ ਠੀਕ ਹੀ ਹੋਣੇ ਨੇ। ਤੇ ਹੁਣ ਮੈਂ ਇੱਕ ਨਵਾਂ ਵਲੋਗ ਲੈ ਕੇ ਆਇਆ ਜੀ। ਪੁਰਤਗਾਲ ਦੀ TRC ਜਾਂ ਪੁਰਤਗਾਲ ਦੀ ਰੈਜ਼ੀਡੈਂਸੀ ਆਪਾਂ ਕਿਵੇਂ ਅਪਲਾਈ ਕਰਨੀ ਆ ਤੇ ਕਿੰਨਾ ਕਿੰਨਾ ਟਾਈਮ ਲੱਗਦਾ ਵਾ। ਤੇ ਸਭ ਤੋਂ ਪਹਿਲਾਂ ਤਾਂ ਜੀ ਜਿਨ੍ਹਾਂ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪ੍ਰੈਸ ਦਾ ਬੈਲ ਆਈਕਨ ਤਾਂ ਜੋ ਮੈਂ ਕੋਈ ਨਵੀਂ ਇਨਫੋਰਮੇਸ਼ਨ ਦੇਵਾਂ ਤਾਂ ਤੁਹਾਡੇ ਤੱਕ ਉਹਦੀ ਨੋਟੀਫਿਕੇਸ਼ਨ ਪਹੁੰਚ ਸਕੇ। ਤੇ ਇਸ ਵੀਡੀਓ ਜਿਵੇਂ ਮੈਂ ਤੁਹਾਨੂੰ ਕਿਹਾ ਆਪਾਂ ਗੱਲ ਕਰਾਂਗੇ ਪੁਰਤਗਾਲ ਦੀ ਰੈਜ਼ੀਡੈਂਸੀ ਬਾਰੇ। ਤੇ ਬਾਕੀ ਤੁਸੀਂ ਇੱਕ ਮੇਰੀ ਰਿਕੁਐਸਟ ਹੈ, ਚੈਨਲ ਨੂੰ ਤੁਸੀਂ ਨਾ ਸਬਸਕ੍ਰਾਈਬ ਕਰੋ ਤੇ ਜਿਹੜੀ ਮੇਰੀ ਵੀਡੀਓ ਹੁੰਦੀ ਨਾ ਉਹਨੂੰ ਤੁਸੀਂ ਲਾਸਟ ਤੱਕ ਦੇਖਿਆ ਕਰੋ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਪੁਰਤਗਾਲ ਦੇ ਲਾਇਸੈਂਸ ਬਾਰੇ, ਯੂਕਰੇਨ ਬਾਰੇ, ਕਿਉਂਕਿ ਜੋ ਅੱਜ ਕੱਲ੍ਹ ਇੰਡੀਆ ਦੇ ਵਿੱਚ ਯੂਕਰੇਨ ਦਾ ਬੜਾ ਰੌਲਾ ਪਿਆ ਵੀ ਯੂਕਰੇਨ ਜਾਓ, ਉੱਥੋਂ ਦੀ ਵੀ ਇਨਫੋਰਮੇਸ਼ਨ ਮੈਂ ਇਕੱਠੀ ਕਰਦਾ ਪਿਆ ਵਾਂ। ਉਹਦੇ ਬਾਰੇ ਵੀ ਵੀਡੀਓ ਬਣਾਵਾਂਗਾ। ਚੈਕ ਬਾਰੇ, ਉੱਥੋਂ ਦੇ ਲਾਇਸੈਂਸ ਬਾਰੇ, ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਮੈਂ ਇਨਫੋਰਮੇਟਿਵ ਵੀਡੀਓ ਬਣਾ ਕੇ ਅਪਲੋਡ ਕਰਾਂਗਾ। ਤੇ ਤੁਸੀਂ ਪਲੀਜ਼ ਚੈਨਲ ਨੂੰ ਨਾ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ। ਅੱਜ ਆਪਾਂ ਹੁਣ ਗੱਲ ਕਰਦੇ ਹਾਂ ਜੀ ਪੁਰਤਗਾਲ ਦੀ TRC। ਦੇਖੋ, ਯੂਰਪ ਦੇ ਵਿੱਚ ਜਿਹੜੀ ਵੀ ਕੋਈ ਵੀ ਕੰਟਰੀ ਹੈਗੀ ਨਾ ਜਿਹੜੀ ਛੇਤੀ ਦਿੰਦੀ ਹੈ TRC ਤੇ ਉਹ ਪੁਰਤਗਾਲ ਆ। ਪੁਰਤਗਾਲ ਅੱਜ ਦੀ ਡੇਟ ਦੇ ਵਿੱਚ 8 ਮਹੀਨਿਆਂ 'ਚ 7 ਮਹੀਨਿਆਂ 'ਚ ਤੁਹਾਨੂੰ TRC ਦੇ ਦਿੰਦੀ ਆ। ਤੇ TRC ਕਿਵੇਂ ਅਪਲਾਈ ਕਰਨੀ ਆ ਇਹ ਮੈਂ ਤੁਹਾਨੂੰ ਦੱਸਦਾ ਵਾਂ। ਜਦੋਂ ਯੂਰਪ ਦੀਆਂ ਸ਼ੈਂਗਨ ਕੰਟਰੀਆਂ, ਅੱਜ ਕੱਲ੍ਹ ਤੁਸੀਂ ਕਿਸੇ ਵੀ ਸ਼ੈਂਗਨ ਕੰਟਰੀ 'ਚ ਆਉਂਦੇ ਜੇ ਤਾਂ ਤੁਹਾਨੂੰ ਤਕਰੀਬਨ ਸਾਰੀਆਂ ਕੰਟਰੀਆਂ ਸ਼ੈਂਗਨ ਵੀਜ਼ਾ ਹੀ ਦਿੰਦੀਆਂ ਨੇ। ਤੇ ਜਦੋਂ ਤੁਸੀਂ ਸ਼ੈਂਗਨ ਕੰਟਰੀ ਦੇ ਵਿੱਚ, ਸ਼ੈਂਗਨ ਜ਼ੋਨ ਦੇ ਵਿੱਚ ਆ ਜਾਂਦੇ ਜੇ ਤੇ ਉੱਥੋਂ ਆ ਕੇ ਫਿਰ ਤੁਸੀਂ ਡੋਮੈਸਟਿਕ ਫਲਾਈਟ ਲੈਣੀ ਹੈ ਪੁਰਤਗਾਲ ਦੀ। ਇੰਟਰਨੈਸ਼ਨਲ ਫਲਾਈਟ ਨਹੀਂ ਲੈਣੀ। ਕਈ ਲੋਕੀ ਗਲਤੀ ਕਰਦੇ ਨੇ, ਇੰਟਰਨੈਸ਼ਨਲ ਫਲਾਈਟ ਲੈ ਕੇ ਸਿੱਧਾ ਹੀ ਪੁਰਤਗਾਲ ਚਲੇ ਜਾਂਦੇ। ਤੁਸੀਂ ਜਿਹੜੀ ਵੀ ਤੁਹਾਨੂੰ ਕੰਟਰੀ ਦਾ ਵੀਜ਼ਾ ਲੱਗਾ ਸ਼ੈਂਗਨ ਕੰਟਰੀ ਦਾ, ਤੁਸੀਂ ਉਸ ਕੰਟਰੀ 'ਚ ਆਓ ਤੇ ਉੱਥੋਂ ਤੁਸੀਂ ਡੋਮੈਸਟਿਕ ਫਲਾਈਟ ਲੈ ਕੇ ਤੁਸੀਂ ਪੁਰਤਗਾਲ ਜਾਓ। ਤੇ ਸਭ ਤੋਂ ਪਹਿਲਾਂ ਪੁਰਤਗਾਲ ਜਾ ਕੇ ਤੁਸੀਂ ਕੀ ਕਰਨਾ ਜੀ, ਉੱਥੇ ਤੁਸੀਂ ਲੀਗਲ ਐਂਟਰੀ ਕਰਵਾਉਣੀ ਆ 24 ਘੰਟਿਆਂ ਦੇ ਵਿੱਚ। ਉਹ ਲੀਗਲ ਐਂਟਰੀ ਬੜੀ ਸੌਖੀ ਆ। 10-15 ਯੂਰੋ ਦਿਓ ਕਿਸੇ ਹੋਟਲ ਵਾਲੇ ਨੂੰ ਜਾਂ ਮੋਟਰ ਵਾਲੇ ਨੂੰ ਤੇ ਉਹ ਤੁਹਾਨੂੰ ਇੱਕ ਕਾਗਜ਼ ਦੇ ਦਿੰਦਾ ਵਾ। ਇਹਦਾ ਮਤਲਬ ਇਹ ਹੁੰਦਾ ਕਿ ਇਹ ਬੰਦਾ ਹੁਣ ਪੁਰਤਗਾਲ ਦੇ ਵਿੱਚ ਨੇ ਲੀਗਲ ਐਂਟਰੀ ਕਰ ਦਿੱਤੀ ਆ ਤੇ ਇਸ ਟਾਈਮ ਪੁਰਤਗਾਲ 'ਚ ਲੀਗਲ ਆ। ਤੇ ਉਸ ਤੋਂ ਬਾਅਦ ਫਿਰ ਤੁਸੀਂ ਲੈਣਾ ਹੁੰਦਾ ਜੀ ਫਾਈਨੈਂਸ ਨੰਬਰ 2 ਤੇ। ਫਾਈਨੈਂਸ ਨੰਬਰ ਯਾਨੀ ਕਿ ਤੁਸੀਂ ਸਮਝ ਲਓ ਆਧਾਰ ਕਾਰਡ ਦਾ ਨੰਬਰ ਜਿਵੇਂ ਹੁੰਦਾ ਵਾ। ਤੇ ਇਹ ਮਿਲਦਾ ਵਾ ਕਿਸੇ ਪੁਰਤਗੀਜ਼ ਸਿਟੀਜ਼ਨ ਦੀ ਗਵਾਹੀ ਦੇ ਨਾਲ। ਜੇ ਤਾਂ ਤੁਹਾਨੂੰ ਕੋਈ ਉੱਥੇ ਜਾਣਦਾ ਵਾ, ਤੁਹਾਡਾ ਕੋਈ ਨੋਨ ਹੈਗਾ ਵਾ ਜਿਹਦੇ ਕੋਲ ਪੁਰਤਗੀਜ਼ ਪਾਸਪੋਰਟ ਆ, ਫਿਰ ਤਾਂ ਕੰਮ ਫ੍ਰੀ 'ਚ ਹੀ ਹੋ ਜਾਂਦਾ ਵਾ। ਤੇ ਜੇ ਤੁਹਾਨੂੰ ਕੋਈ ਨਹੀਂ ਜਾਣਦਾ, ਕੋਈ ਐਡੀ ਟੈਨਸ਼ਨ ਫਿਕਰ ਕਰਨ ਦੀ ਲੋੜ ਨਹੀਂ ਹੈਗੀ। 30 ਯੂਰੋ ਤੋਂ ਲੈ ਕੇ 100 ਯੂਰੋ ਦੇ ਵਿੱਚ ਇਹ ਤੁਹਾਡਾ ਫਾਈਨੈਂਸ ਨੰਬਰ ਵੀ ਅਪਲਾਈ ਹੋ ਜਾਂਦਾ ਤੇ ਉਸੇ ਦਿਨ ਹੀ ਦੇ ਦਿੰਦੇ ਨੇ। ਫਾਈਨੈਂਸ ਨੰਬਰ ਲਈ ਤੁਹਾਨੂੰ ਕੋਈ ਵੇਟ ਨਹੀਂ ਕਰਨੀ ਪੈਂਦੀ। ਹੁਣ ਜਦੋਂ ਤੁਹਾਡਾ ਫਾਈਨੈਂਸ ਨੰਬਰ ਵੀ ਆ ਗਿਆ, ਲੀਗਲ ਐਂਟਰੀ ਵੀ ਹੋ ਗਈ, ਫਿਰ ਤੁਸੀਂ ਕਰਨਾ ਸੋਸ਼ਲ ਨੰਬਰ ਅਪਲਾਈ। ਸੋਸ਼ਲ ਨੰਬਰ ਹੁੰਦਾ ਟੈਕਸ ਨੰਬਰ। ਤੇ ਇਹਦੇ ਲਈ ਤੁਹਾਨੂੰ ਲੋੜ ਹੁੰਦੀ ਜੀ ਕੰਮ ਦੇ ਕੰਟਰੈਕਟ ਦੀ। ਤੇ ਕੰਮ ਦਾ ਕੰਟਰੈਕਟ 500 ਤੋਂ 700 ਯੂਰੋ ਦੇ ਵਿੱਚ 800 ਯੂਰੋ ਦੇ ਵਿੱਚ ਤੁਹਾਨੂੰ ਕੰਮ ਦਾ ਕੰਟਰੈਕਟ ਮਿਲ ਜਾਂਦਾ ਵਾ, ਇਹ ਫਾਈਲ ਲੋਕ ਕਰਵਾਉਣ ਦੇ ਲਈ। ਤੇ ਜੇ ਤੁਸੀਂ ਕੰਮ ਲੱਭਦੇ ਜੇ ਤੁਸੀਂ 500-700 ਯੂਰੋ ਨਹੀਂ ਲਾਣਾ, ਫਿਰ ਤੁਹਾਨੂੰ ਕੰਮ ਲੱਭਣਾ ਪੈਣਾ। ਤੇ ਜਿਸ ਬੰਦੇ ਨੂੰ ਵਰਕਰ ਦੀ ਲੋੜ ਆ ਉਹ ਫਿਰ ਤੁਹਾਨੂੰ ਕੰਮ ਦਾ ਕੰਟਰੈਕਟ ਫ੍ਰੀ 'ਚ ਵੀ ਦੇ ਦਿੰਦਾ ਵਾ। ਤੇ ਜੇ ਤੁਸੀਂ ਫਾਈਲ ਛੇਤੀ ਲੋਕ ਕਰਵਾਉਣਾ ਚਾਹੁੰਦੇ ਫਿਰ ਤੁਹਾਨੂੰ 500 ਤੋਂ 700-800 ਯੂਰੋ ਖਰਚ ਕਰਕੇ ਕੰਮ ਦਾ ਕੰਟਰੈਕਟ ਲੈਣਾ ਪੈਣਾ। ਇੱਕ ਗੱਲ ਹੋਰ, ਜਦੋਂ ਤੁਸੀਂ ਇੰਡੀਆ ਤੋਂ ਆਉਣਾ ਨਾ ਤੇ ਤੁਹਾਨੂੰ ਇੰਡੀਆ ਤੋਂ ਇੱਕ PCC ਦੀ ਲੋੜ ਪੈਣੀ ਆ, ਪੁਲਿਸ ਕਲੀਅਰੈਂਸ ਸਰਟੀਫਿਕੇਟ। ਤੇ ਪਰ ਜੇ ਤੁਸੀਂ ਹੋਰ ਕਿਸੇ ਯੂਰਪੀਅਨ ਕੰਟਰੀ ਤੋਂ ਪੁਰਤਗਾਲ 'ਚ ਜਾ ਕੇ ਫਾਈਲ ਲੋਕ ਕਰਵਾਉਣਾ ਚਾਹੁੰਦੇ ਜੇ ਤਾਂ ਫਿਰ ਤੁਹਾਨੂੰ PCC ਦੀ ਉਸ ਕੰਟਰੀ ਦੀ ਲੋੜ ਨਹੀਂ ਹੈਗੀ। ਤੁਹਾਨੂੰ ਇੰਡੀਆ ਤੋਂ ਹੀ PCC ਮੰਗਵਾਉਣੀ ਪੈਣੀ। ਜੇ ਉਸ ਕੰਟਰੀ 'ਚ ਤੁਸੀਂ 1 ਸਾਲ ਤੋਂ ਜ਼ਿਆਦਾ ਰਹਿੰਦੇ ਯੂਰਪ ਦੀ ਕਿਸੇ ਹੋਰ ਕੰਟਰੀ 'ਚ, ਪੁਰਤਗਾਲ ਨਹੀਂ ਕਿਸੇ ਹੋਰ ਕੰਟਰੀ 'ਚ, ਤਾਂ ਫਿਰ ਤੁਹਾਨੂੰ ਉਸ ਕੰਟਰੀ ਦੀ PCC ਦੀ ਲੋੜ ਪੈਂਦੀ। ਨਹੀਂ ਤੇ ਤੁਹਾਨੂੰ ਇੰਡੀਆ ਤੋਂ PCC ਜਦੋਂ ਤੁਸੀਂ ਆਓ ਤੇ ਨਾਲ ਹੀ ਲੈ ਕੇ ਆਓ, ਕਿਉਂਕਿ ਜਦੋਂ ਤੁਸੀਂ ਇੱਥੇ ਆ ਕੇ PCC ਅਪਲਾਈ ਕਰਦੇ ਹੋ 2-2.5 ਮਹੀਨੇ ਤੁਹਾਡੇ ਖਰਾਬ ਹੋ ਜਾਂਦੇ। ਬੈਟਰ ਆ ਜੇ ਤੁਸੀਂ ਆਉਣਾ ਨਾ ਪੁਰਤਗਾਲ ਜਾਣਾ ਵਾ ਤੇ PCC ਉੱਥੋਂ ਇੰਡੀਆ ਤੋਂ ਨਾਲ ਹੀ ਲੈ ਕੇ ਆਓ। ਤੇ ਇਹੀ ਹੁਣ ਆਪਾਂ ਗੱਲ ਕਰਦੇ ਸੀ ਵੀ ਸੋਸ਼ਲ ਨੰਬਰ ਦੀ। ਸੋਸ਼ਲ ਨੰਬਰ 500-700 ਯੂਰੋ ਲੈ ਕੇ ਸੋਸ਼ਲ ਨੰਬਰ ਅਪਲਾਈ ਹੋ ਜਾਂਦਾ ਵਾ ਤੇ ਉਹ ਵੀ ਸੇਮ ਡੇ 'ਚ ਹੀ ਮਿਲ ਜਾਂਦਾ ਵਾ। ਤੇ ਉਸ ਤੋਂ ਬਾਅਦ ਹੁਣ ਤੁਸੀਂ ਫਾਈਲ ਲੋਕ ਕਰਵਾਉਣੀ ਆ। ਫਾਈਲ ਲੋਕ ਕਰਵਾਉਣ ਦਾ ਮਤਲਬ ਕਿ ਸ਼ੈਫ ਹੁੰਦਾ, ਇੱਥੋਂ ਦੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਸ਼ੈਫ ਕਹਿੰਦੇ ਨੇ, ਉਹਦੇ 'ਚ ਤੁਸੀਂ ਫਾਈਲ ਲੋਕ ਕਰਵਾਉਣੀ ਆ, ਯਾਨੀ ਕਿ ਆਪਦੀ ਫਿੰਗਰ ਦੀ ਡੇਟ ਲੈਣੀ ਆ। ਤੇ ਉਹਦੇ ਲਈ ਵੀ ਤੁਹਾਨੂੰ ਕੋਈ ਇੰਨੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਲਿਸਬਨ 'ਚ ਮੁੰਡੇ ਹੈਗੇ ਨੇ ਜਿਹੜੇ 10 ਤੋਂ 15 ਯੂਰੋ ਲੈ ਕੇ ਤੇ ਤੁਹਾਡੀ ਫਾਈਲ ਲੋਕ ਕਰਵਾ ਦਿੰਦੇ ਨੇ। ਕੋਈ ਇੰਨੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। 10-15 ਯੂਰੋ ਅੱਜ ਕੱਲ੍ਹ ਪ੍ਰੋਸੈਸ ਆ ਕਾਫੀ, ਯਾਨੀ ਕਿ ਸਸਤਾ ਹੋ ਗਿਆ। ਪਹਿਲਾਂ ਇਕੱਲੇ ਸੋਸ਼ਲ ਨੰਬਰ ਦੇ 500-500 ਯੂਰੋ ਲੋਕ ਲੈ ਲੈਂਦੇ ਹੁੰਦੇ ਸੀ। ਤੇ ਜਦੋਂ ਤੁਹਾਡੀ ਫਾਈਲ ਲੋਕ ਹੋ ਜਾਂਦੀ ਹੈ ਨਾ ਤੇ
ਫਿਰ ਤੁਹਾਨੂੰ ਇੱਕ ਮੇਲ ਆਉਂਦੀ ਸ਼ੈਫ ਵੱਲੋਂ, ਸਾਲ ਦਾ ਟਾਈਮ ਦਿੰਦੇ ਹੋ, ਪਰ ਕਈਆਂ ਨੂੰ 6 ਮਹੀਨਿਆਂ 'ਚ ਮੇਲ ਆ ਜਾਂਦੀ ਆ, ਕਈਆਂ ਨੂੰ 8 'ਚ, ਕਈਆਂ ਨੂੰ 9 ਮਹੀਨਿਆਂ 'ਚ ਮੇਲ ਆ ਜਾਂਦੀ ਆ ਵੀ ਇਸ ਤਰੀਕ ਨੂੰ ਤੁਹਾਡਾ ਫਿੰਗਰਪ੍ਰਿੰਟ ਨੇ। ਤੇ ਵੀ ਤੁਸੀਂ ਉਸ ਤਰੀਕ ਨੂੰ ਹੁਣ ਫਿੰਗਰਪ੍ਰਿੰਟ ਜਦੋਂ ਜਾਣਾ ਵਾ, ਕਈ ਲੋਕੀ ਦੱਸਦੇ ਜੀ ਆਹ ਕਾਗਜ਼ ਲਓ, ਆਹ ਕਾਗਜ਼ ਲਓ, ਆਹ ਕਾਗਜ਼ ਲਓ, ਫਿਰ ਤੁਹਾਡੀ ਫਾਈਲ ਲੋਕ ਹੋਏਗੀ। ਸਿਰਫ ਤਿੰਨਾਂ ਕਾਗਜ਼ਾਂ ਦੇ ਨਾਲ ਤੁਹਾਡੀ ਫਾਈਲ ਲੋਕ ਹੁੰਦੀ ਹੈ। ਇੱਕ ਲੀਗਲ ਐਂਟਰੀ ਦਾ ਡਾਕੂਮੈਂਟ, ਇੱਕ ਫਾਈਨਾਂਸ ਨੰਬਰ ਤੇ ਇੱਕ ਸੋਸ਼ਲ ਨੰਬਰ। ਇਹਨਾਂ ਨਾਲ ਤੁਹਾਡੀ ਫਾਈਲ ਲੋਕ ਹੋ ਜਾਂਦੀ ਆ। ਤੇ ਜਦੋਂ ਤੁਹਾਨੂੰ ਫਿੰਗਰਪ੍ਰਿੰਟ ਹੁੰਦਾ ਨਾ, ਫਿੰਗਰਪ੍ਰਿੰਟ ਦੀ ਡੇਟ ਹੁੰਦੀ ਆ, ਉਦੋਂ ਤੁਹਾਨੂੰ ਡਾਕੂਮੈਂਟ ਜਿਹੜੇ ਸ਼ੋਅ ਕਰਾਉਣੇ ਪੈਂਦੇ ਨਾ, ਉਹ ਮੈਂ ਤੁਹਾਨੂੰ ਦੱਸਦਾ ਕਿਹੜੇ ਕਿਹੜੇ ਡਾਕੂਮੈਂਟ ਹੁੰਦੇ ਨੇ। ਇੱਕ ਤਾਂ ਤੁਹਾਨੂੰ ਕੰਮ ਦਾ ਕੰਟਰੈਕਟ ਸ਼ੋਅ ਕਰਾਉਣਾ ਪੈਂਦਾ ਜੀ। ਇੱਕ ਲਾਸਟ 3 ਸੈਲਰੀ ਸਲਿੱਪਾਂ, ਯਾਨੀ ਕਿ 3 ਸੈਲਰੀ ਦੀਆਂ ਸਲਿੱਪਾਂ ਤੁਹਾਨੂੰ ਸ਼ੋਅ ਕਰਨੀਆਂ ਪੈਂਦੀਆਂ ਵਾ। ਇੱਕ ਇੰਡੀਆ ਦੀ PCC ਤੇ ਇੱਕ ਪੁਰਤਗਾਲ ਦੀ PCC, ਯਾਨੀ ਕਿ ਪੁਲਿਸ ਕਲੀਅਰੈਂਸ ਸਰਟੀਫਿਕੇਟ। ਇੱਕ ਹੁੰਦਾ ਜੀ ACT ਡਾਕੂਮੈਂਟ, ਜਿਹੜਾ ਤੁਹਾਨੂੰ ਕੰਪਨੀ ਦਿੰਦੀ ਆ, ਤੇ ਇੱਕ ਹੁੰਦਾ ਡਿਕਲੇਰੇਸ਼ਨ, ਉਹ ਤੁਹਾਨੂੰ ਕੰਪਨੀ ਦਿੰਦੀ ਆ। ਇੱਕ ਮੈਂ ਤੇ ਹੋਰ ਗੱਲ ਕਰਨੀ ਸੀ, ਜਦੋਂ ਤੁਸੀਂ ਕੰਪਨੀ ਦਾ ਕੰਟਰੈਕਟ ਲੈਣਾ ਨਾ, ਅੱਜ ਕੱਲ੍ਹ ਪੁਰਤਗਾਲ ਦੇ ਵਿੱਚ ਬੜੀਆਂ ਇਹੋ ਜਿਹੀਆਂ ਕੰਪਨੀਆਂ ਜਿਹੜੀਆਂ ਸਿਰਫ ਕੰਟਰੈਕਟ ਹੀ ਵੇਚਦੀਆਂ ਨੇ, ਤੇ ਉਹ ਬੰਦ ਪਈਆਂ ਹੁੰਦੀਆਂ ਨੇ। ਤੇ ਜਦੋਂ ਤੁਸੀਂ ਫਿੰਗਰ ਕਰਾਉਣ ਜਾਂਦੇ ਜੇ, ਤੇ ਉਦੋਂ ਫਿਰ ਉਹ ਵੇਖ ਕੇ ਕਹਿੰਦੇ ਜੇ ਕੰਪਨੀ ਬੰਦ ਹੈ ਤੇ ਤੁਹਾਡੇ ਫਿੰਗਰ ਨਹੀਂ ਹੋਣੇ, ਉਹ ਤੁਸੀਂ ਹਰਾਸ ਹੁੰਦੇ ਹੋ ਤੇ ਟਾਈਮ ਖਰਾਬ ਹੁੰਦਾ। ਇਸ ਲਈ ਨਾ ਥੋੜ੍ਹੀ ਜਿਹੀ ਪੁੱਛ ਗਿੱਛ ਕਰ ਲਿਆ ਕਰੋ ਮੁੰਡਿਆਂ ਕੋਲੋਂ ਵੀ ਇਹ ਜਿਹੜੀ ਕੰਪਨੀ ਦੇ ਅੱਗੇ ਵੀ ਮੁੰਡਿਆਂ ਨੇ ਭਰੇ ਆ ਤੇ ਕਈਆਂ ਦੇ ਫਿੰਗਰ ਆਏ ਨੇ ਜਾਂ ਕਾਰਡ ਆਏ ਨੇ, ਥੋੜ੍ਹਾ ਜਿਹਾ ਪੁੱਛ ਗਿੱਛ ਕਰ ਲਿਆ ਕਰੋ ਕੰਪਨੀ ਬਾਰੇ। ਤੇ ਇਹ ਨਾ ਤੁਹਾਨੂੰ 10 ਤੋਂ 15 ਮਿੰਟਾਂ ਦੇ ਵਿੱਚ ਫਰਕ ਕਰ ਦਿੰਦੇ, ਕਿਉਂਕਿ ਅੱਜ ਕੱਲ੍ਹ ਨਾ ਕਰੋਨਾ ਦੀ ਵਜ੍ਹਾ ਕਰਕੇ ਸਾਰਾ ਕੰਮ ਆਨਲਾਈਨ ਹੁੰਦਾ ਪਿਆ। ਤੇ ਜਿਹੜਾ ਤੁਸੀਂ ਡਾਕੂਮੈਂਟ ਦੇਣੇ ਉਹ ਆਨਲਾਈਨ ਹੀ ਚੈੱਕ ਕਰਦੇ ਨੇ। ਸਾਰੇ ਡਾਕੂਮੈਂਟ ਤੁਹਾਡੇ ਕੋਲ ਲੈ ਕੇ 10-15 ਮਿੰਟਾਂ 'ਚ ਤੁਹਾਨੂੰ ਫਰਕ ਕਰਕੇ ਤੇ ਕਹਿੰਦੇ ਵੀ ਜਾਓ ਹੁਣ ਤਾਂ ਵੇਟ ਕਰੋ TRC ਕਾਰਡ ਦੀ। ਹਾਂ, ਇੱਕ ਸੱਚ, ਜੌਂਤਾ ਕਹਿੰਦੇ ਐਡਰੈਸ ਨੂੰ। ਪੋਲੈਂਡ ਦੇ ਵਿੱਚ ਜਿਵੇਂ ਆਪਾਂ ਜ਼ਮਲਦਵਾਨੀਆਂ ਬਣਾਉਂਦੇ ਨਾ, ਤੇ ਜ਼ਮਲਦਵਾਨੀਆਂ ਨੂੰ ਉੱਥੇ ਪੁਰਤਗਾਲ ਦੇ ਵਿੱਚ ਕਹਿੰਦੇ ਨੇ ਜੀ ਜੌਂਤਾ। ਉਹ ਜੌਂਤਾ ਜਦੋਂ ਤੁਸੀਂ ਆਪਣਾ ਫਾਈਲ ਲੋਕ ਕਰਵਾਉਣੀ ਨਾ, ਉਦੋਂ ਤੁਹਾਨੂੰ ਲੋੜ ਪੈਣੀ ਜੌਂਤਾ ਦੀ। ਇਹ ਮੈਂ ਇੱਕ ਪੁਆਇੰਟ ਭੁੱਲ ਗਿਆ ਸੀ, ਇਹ ਮੈਂ ਹੁਣ ਕਰ ਦਿੱਤਾ ਵਾ। ਜੌਂਤਾ ਤੁਹਾਨੂੰ ਕੋਈ ਐਡਰੈਸ ਚਾਹੀਦਾ ਵਾ, ਉਹ ਵੀ ਕੋਈ ਐਡੀ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ, ਮਿਲ ਜਾਂਦਾ ਐਡਰੈਸ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਜਦੋਂ ਤੁਸੀਂ ਫਾਈਲ ਲੋਕ ਕਰਵਾ ਕੇ ਤੁਹਾਨੂੰ ਫਰਕ ਕਰ ਦਿੰਦੇ 10-15 ਮਿੰਟਾਂ 'ਚ, ਤੇ ਉਸ ਤੋਂ 1 ਤੋਂ 3 ਮਹੀਨਿਆਂ ਦੇ ਵਿੱਚ ਤੁਹਾਡਾ TRC ਕਾਰਡ ਬਣ ਕੇ ਤੇ ਤੁਹਾਡੇ ਘਰੇ ਆ ਜਾਂਦਾ ਵਾ। ਤੇ ਜਦੋਂ TRC ਕਾਰਡ ਬਣ ਜਾਂਦਾ ਤੁਹਾਡਾ, ਤੇ ਉਸ ਤੋਂ 5 ਸਾਲਾਂ ਬਾਅਦ ਤੁਸੀਂ PR ਦੇ ਲਈ ਐਲੀਜੀਬਲ ਹੋ ਜਾਂਦੇ ਜੇ। ਤੇ PR ਤੋਂ ਬਾਅਦ ਜੇ ਤੁਸੀਂ ਉੱਥੋਂ ਦੀ ਨੈਸ਼ਨੈਲਿਟੀ ਲੈਣੀ ਆ, ਤੇ 2 ਸਾਲ ਦੇ ਵਿੱਚ ਤੁਹਾਨੂੰ ਨੈਸ਼ਨੈਲਿਟੀ ਮਿਲਦੀ ਆ। ਇੱਕ ਪੁਰਤਗੀਜ਼ ਲੈਂਗੁਏਜ ਦਾ ਟੈਸਟ ਹੈ, A2 ਲੈਵਲ ਦਾ ਟੈਸਟ, ਬੜਾ ਸੌਖਾ ਟੈਸਟ ਹੁੰਦਾ, ਕੋਈ ਐਡਾ ਔਖਾ ਟੈਸਟ ਨਹੀਂ ਹੁੰਦਾ A2 ਲੈਵਲ ਦਾ, ਉਹ ਦੇਣਾ ਪੈਂਦਾ ਵਾ। PR ਤੋਂ ਬਾਅਦ ਉਹਨਾਂ ਨੇ 2 ਸਾਲ ਦਾ ਟਾਈਮ ਦਿੰਦੇ ਵੈਸੇ ਸਿਟੀਜ਼ਨਸ਼ਿਪ ਦੇ ਲਈ। ਕਈਆਂ ਮੁੰਡਿਆਂ ਦੀ ਤਾਂ ਸਿਟੀਜ਼ਨਸ਼ਿਪ 6 ਮਹੀਨਿਆਂ 'ਚ ਆ ਜਾਂਦੀ ਆ, ਕਈਆਂ ਦੇ 10 ਮਹੀਨੇ ਲੱਗ ਜਾਂਦੇ ਨੇ, ਕਈਆਂ ਦਾ ਸਾਲ ਵੀ ਲੱਗ ਜਾਂਦਾ ਵਾ। ਪਰ ਉਹਨਾਂ 2 ਸਾਲ ਦਾ ਟਾਈਮ ਦਿੱਤਾ, ਪਰ 2 ਸਾਲ ਦੇ ਵਿੱਚ ਤੁਹਾਡੀ ਉੱਥੋਂ ਦੀ ਸਿਟੀਜ਼ਨਸ਼ਿਪ ਹੋ ਜਾਂਦੀ ਆ, ਜੇ ਤੁਸੀਂ PR ਤੋਂ ਬਾਅਦ ਉੱਥੇ ਵੇਟ ਕਰਦੇ ਜੇ। ਇਹ ਤਾਂ ਸੀ ਸਾਰਾ ਪ੍ਰੋਸੈਸ, ਤੁਸੀਂ ਪੁਰਤਗਾਲ 'ਚ ਜਾ ਕੇ ਡਾਕੂਮੈਂਟ ਕਿਵੇਂ ਲਾਉਣੇ ਨੇ। ਤੇ ਬਾਕੀ ਜੇ ਕਿਸੇ ਨੂੰ ਫਿਰ ਵੀ ਕਿਸੇ ਦੇ ਕੋਈ ਸਵਾਲ ਹੋਵੇ ਤੇ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਜੇ। ਤੇ ਚੈਨਲ ਨੂੰ ਇਸ ਤਰ੍ਹਾਂ ਹੀ ਤੁਸੀਂ ਇਨਫੋਰਮੇਸ਼ਨ ਨੂੰ ਸ਼ੇਅਰ ਕਰੋ, ਲਾਈਕ ਕਰੋ। ਤੇ ਮਿਲਦੇ ਹਾਂ ਜੀ ਇੱਕ ਅਗਲੀ ਵੀਡੀਓ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।